Hello students, today in this small video we'll discuss some interactive assessment techniques that you can use in your classroom to either formative purposes or for summative purposes, right? So these are few kind of interesting methods ਜਿਹਦੇ ਨਾਲ ਅਸੀਂ ਬੱਚਿਆਂ ਦੀ ਅਸੈਸਮੈਂਟ ਕਰ ਸਕਦੇ ਹਾਂ ਦੇਖਣ ਲਈ ਕਿ ਜੋ ਤੁਸੀਂ ਉਹਨਾਂ ਨੂੰ ਪੜ੍ਹਾਇਆ ਉਹ ਕਿੰਨਾ ਅੰਡਰਸਟੈਂਡ ਹੋਇਆ, ਰਾਈਟ? ਆਈ ਐਕਸਪੈਕਟ ਯੂ ਪੀਪਲ ਟੂ ਯੂਜ਼ these techniques in your lessons so that we can make it more interesting and child centered learning process, right? The very first technique is doodle notes. Now what happens often is ਕਿ ਆਪਾਂ ਬੱਚਿਆਂ ਨੂੰ ਕੁਐਸਚਨ ਪੁੱਛਦੇ ਹਾਂ ਜਿਹਦਾ ਉਹਨਾਂ ਨੇ ਆਨਸਰ ਆਪਾਂ ਨੂੰ ਬੋਲ ਕੇ ਦੱਸਣਾ ਐਂਡ ਉਸਦੇ ਵਿੱਚ many a times it may happen ਕਿ ਸਟੂਡੈਂਟ ਨੂੰ ਆਂਦਾ ਹੁੰਦਾ he has a better understanding but he is unable to put his understanding into right words, right? So this is interesting also that we can tell our students to draw or doodle what their understanding about the concept is. So ਜਿਵੇਂ ਤੁਸੀਂ ਜੋ ਪੜ੍ਹਾਤਾ ਹੈ ਕਲਾਸ ਦੇ ਵਿੱਚ ਉਸ ਤੋਂ ਬਾਅਦ ਬੱਚਿਆਂ ਨੂੰ ਉਸੇ ਜੋ ਟੌਪਿਕ ਤੁਸੀਂ ਪੜ੍ਹਾਇਆ ਉਸ ਨਾਲ ਰਿਲੇਟਡ ਕੋਈ ਵੀ ਡਰਾਇੰਗ ਬਣਾਉਣ ਲਈ ਜਾਂ ਡੂਡਲ ਨੋਟਸ ਬਣਾਉਣ ਲਈ ਤੁਸੀਂ ਕਹਿ ਸਕਦੇ ਹੋ, ਰਾਈਟ? The second technique is tripwire. Generally, you often hear about this in the circuit diagrams. Now, tripwire is something which help us to break the monotony, right? Normally, every time what happens is कि ਅਸੀਂ ਬੱਚਿਆਂ ਨੂੰ ਉਹਨਾਂ ਦੀ understanding ਪੁੱਛਦੇ ਹਾਂ. A reverse way of assessment can be कि if we ask the students what are the common misunderstandings related to the topic, because in case the student knows what the misunderstandings are ਤਾਂ ਉਹਨਾਂ ਨੂੰ ਅੰਡਰਸਟੈਂਡਿੰਗ ਵੀ ਹੈ ਕਨਸੈਪਟ ਦੀ, ਸੋ ਦੈਟ ਇਜ਼ ਸਮਥਿੰਗ ਜੋ ਤੁਹਾਨੂੰ ਵੀ ਹੈਲਪ ਕਰੇਗਾ ਟੂ ਪਲਾਨ ਯੋਰ ਲੈਸਨਸ. ਸੋ ਇੰਸਟੈਡ ਆਫ ਆਸਕਿੰਗ ਕਿ ਉਹਨਾਂ ਨੂੰ ਕੀ ਸਮਝ ਆ ਗਿਆ, ਆਪਾਂ ਬੱਚਿਆਂ ਨੂੰ ਇਹ ਪੁੱਛ ਸਕਦੇ ਹਾਂ ਕਿ ਇਸ ਪਰਟੀਕੂਲਰ ਟੌਪਿਕ ਨਾਲ ਲੈ ਕੇ ਜੋ ਆਪਣੇ ਪੀਅਰ ਗਰੁੱਪ ਹੁੰਦਾ ਹੈ ਜਾਂ ਨੋਰਮਲੀ ਤੁਹਾਡੀ ਏਜ ਦੇ ਬੱਚੇ ਹੈ ਉਹਨਾਂ ਦੀਆਂ ਕਾਮਨ ਮਿਸਅੰਡਰਸਟੈਂਡਿੰਗਸ ਕੀ ਹੁੰਦੀਆਂ ਨੇ, ਰਾਈਟ? The third technique is using popsicle sticks. Now many a times what happens is ਕਿ ਕਲਾਸ ਦੇ ਵਿੱਚ ਜਦੋਂ ਟੀਚਰ ਅਸੈਸਮੈਂਟ ਕਰ ਰਿਹਾ ਹੁੰਦਾ ਹੈ ਤਾਂ ਕਾਫੀ ਵਾਰ ਕੁਝ ਬੱਚਿਆਂ ਨੂੰ ਛੱਡ ਦਿੰਦਾ ਹੈ ਕੁਐਸਚਨ ਪੁੱਛਣ ਲਈ ਜਾਂ ਕੁਝ ਬੱਚਿਆਂ ਦੀ ਜਿਹੜੀ ਟਰਨ ਨਹੀਂ ਆਉਂਦੀ in your process of assessment, probably because you may not know their names or there may be many other reasons. ਉਸਦੇ ਲਈ you can use this technique of popsicle sticks. This will make your assessment process more colorful also. ਹਰ ਇੱਕ ਬੱਚੇ ਦਾ ਨਾਮ ਆਪਾਂ ਇਸ ਸਟਿਕ ਦੇ ਉੱਤੇ ਲਿਖ ਸਕਦੇ ਹਾਂ ਐਂਡ ਨਾਮ ਲਿਖਣ ਤੋਂ ਬਾਅਦ ਸਟਿਕਸ ਨੂੰ ਆਪਾਂ ਜਾਰ ਦੇ ਵਿੱਚ ਪੁੱਟ ਅਪ ਕਰ ਸਕਦੇ ਹਾਂ, ਰਾਈਟ? ਐਂਡ ਸਟੂਡੈਂਟਸ ਉਹਦੇ ਵਿੱਚੋਂ ਪਿਕ ਕਰਨਗੇ ਜਿਸ ਬੱਚੇ ਦੇ ਨਾਮ ਦੀ ਸਟਿਕ ਆਏਗੀ ਅਕੋਰਡਿੰਗ ਦ ਚਾਈਲਡ ਹੈਜ਼ ਟੂ ਆਂਸਰ ਦੀ question. This may what will happen is कि students will develop more focus on learning because they may know कि even if ਜੇ ਕਈ ਵਾਰ ਇਹ ਵੀ ਹੋ ਸਕਦਾ ਵੀ ਇੱਕ ਫਰੈਂਡ ਨੂੰ ਲੱਗਦਾ ਕਿ ਉਸਦਾ ਫਰੈਂਡ ਧਿਆਨ ਨਹੀਂ ਦਿੰਦਾ ਤੇ ਉਸਦੇ ਨਾਮ ਦੀ ਸਟਿਕ ਪੁੱਟ ਅਪ ਕਰੇ ਸੋ ਦੈਟ ਨੈਕਸਟ ਟਾਈਮ ਦ ਚਾਈਲਡ ਲਿਸਨਸ ਟੂ ਦ ਟੀਚਰ. ਐਂਡ ਪਲੱਸ ਇਸ ਦੇ ਨਾਲ ਜੋ ਟੀਚਰ ਦੀ ਫੇਵਰਟਿਜ਼ਮ ਹੈ ਜਾਂ ਲਰਨਿੰਗ ਗੈਪਸ ਰਹਿ ਜਾਂਦੇ ਨੇ ਉਹ ਵੀ ਖਤਮ ਹੋ ਜਾਂਦੇ ਨੇ. So this will make your process more interesting and everyone you can cover everyone in the assessment process. A next technique is traffic lights. Very common technique. Red, yellow, green, thin traffic lights ਹੈ ਸਾਨੂੰ ਸਾਰਿਆਂ ਨੂੰ ਪਤਾ ਹੈ. You can make a traffic station in your classroom ਜਿਸ ਦੇ ਵਿੱਚ red, yellow and green thin colors we can use. And ਬੱਚੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਸਰਕਲ ਕਰੇ ਉਹ ਕਲਰ ਜੋ ਉਸਦੀ ਅੰਡਰਸਟੈਂਡਿੰਗ ਨੂੰ ਡਿਪਿਕਟ ਕਰਦਾ ਹੈ. ਜੇ ਉਸਨੂੰ ਕੁਛ ਨਹੀਂ ਸਮਝ ਆਇਆ ਤਾਂ he can color red. ਜੇ ਉਸਨੂੰ ਕੁਛ ਸਮਝ ਆਇਆ ਬਟ ਸਟਿਲ ਦ ਚਾਈਲਡ ਥਿੰਕਸ ਕਿ ਹੀ ਨੋਜ਼ ਮੋਰ ਪ੍ਰੈਕਟਿਸ, ਹੀ ਨੀਡਸ ਮੋਰ ਪ੍ਰੈਕਟਿਸ ਤਾਂ ਉਹ ਯੈਲੋ ਕਰ ਸਕਦਾ. ਐਂਡ ਜੇ ਬੱਚੇ ਨੂੰ ਟੋਟਲੀ ਅੰਡਰਸਟੈਂਡ ਹੋ ਗਿਆ ਤਾਂ ਦ ਚਾਈਲਡ ਕੈਨ ਕਲਰ ਗ੍ਰੀਨ ਟ੍ਰੈਫਿਕ ਸਟੇਸ਼ਨ ਦੇ ਵਿੱਚ, ਰਾਈਟ? ਐਂਡ ਜੇ ਤੁਸੀਂ ਰੈਡ ਐਂਡ ਯੈਲੋ ਬੱਚੇ ਨੇ ਚੂਜ਼ ਕੀਤਾ ਤਾਂ ਉਸਦੇ ਉੱਤੇ ਕਲਰ ਜਿਹੜੀ ਉਹਦੀ ਸਟ੍ਰਿਪ ਹੈ ਉਸਦੇ ਪਿੱਛੇ ਉਹ ਆਪਣੇ ਨੋਟ ਟੀਚਰ ਨੂੰ ਲਿਖ ਕੇ ਦੇ ਸਕਦਾ ਕਿ ਉਸਦੀ ਮੇਨ ਪ੍ਰੋਬਲਮ ਕੀ ਹੈ. ਸੋ ਦਿਸ ਵੇ ਵਾਟ ਵਿਲ ਹੈਪਨ ਇਜ਼ ਕਿ ਜੋ ਬੱਚੇ ਗੱਲ ਸਿੱਧੇ ਤੌਰ 'ਤੇ ਟੀਚਰ ਨੂੰ ਨਹੀਂ ਕਹਿ ਪਾਉਂਦੇ ਥਰੂ ਦਿਸ ਇੰਟਰਸਟਿੰਗ ਗੇਮ ਦ ਚਾਈਲਡ ਕੈਨ ਸ਼ੇਅਰ ਹਿਜ਼ ਔਰ ਹਰ ਡਾਊਟਸ ਵਿਦ ਯੂ. Another very interesting technique is using historical postcards. बहुत ज़्यादा vanish हो गए हैं स्टूडेंट्स आजकल. many of you must not be even knowing about postcards या नवी generation ने नहीं यूज़ किते होने, but this can be used in any lessons. दो आप इतने example history दी share कर रहे हैं. Now suppose you are teaching about महात्मा गांधी या ਤੁਸੀਂ independence struggle ਪੜ੍ਹਾ ਰਹੇ ਹੋ ਉਸ ਵਿੱਚ ਤੁਸੀਂ ਬਹੁਤ ਉਹ ਪੜ੍ਹਾਓਗੇ different events ਪੜ੍ਹਾਓਗੇ
ਨਾ ਸਪੋਜ਼ ਯੂ ਆਰ ਟੀਚਿੰਗ ਅਬਾਊਟ ਡਾਂਡੀ ਮਾਰਚ, ਤੇ ਤੁਸੀਂ ਉਹ ਪੂਰਾ ਪੜ੍ਹਾ ਚੁੱਕੇ ਹੋ, ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਮੈਜਿਨ ਕਰੋ ਕਿ ਤੁਸੀਂ ਮਹਾਤਮਾ ਗਾਂਧੀ ਹੋ ਐਂਡ ਤੁਸੀਂ ਭਗਤ ਸਿੰਘ ਨੂੰ ਡਾਂਡੀ ਮਾਰਚ ਬਾਰੇ explain ਕਰਨਾ ਹੈ. So you write a postcard to Bhagat Singh explaining about Dandi March. This will make your lesson very interesting. Plus at the same time ਬੱਚਿਆਂ ਦੇ writing skills ਵੀ evaluate ਹੋਣਗੇ and ਉਹਨਾਂ ਦੀ proper understanding ਵੀ evaluate ਹੋਏਗੀ ਕਿ ਉਹਨਾਂ ਨੇ ਉਸ event ਨੂੰ ਕਿਸ ਤਰ੍ਹਾਂ ਸਮਝਿਆ and ਕਿਸ ਤਰ੍ਹਾਂ perceive ਕੀਤਾ. So this can be used for SST lessons. Similarly, you can use it for English lessons also. If you are teaching a story or a prose ਦਾ ਚੈਪਟਰ ਪੜ੍ਹਾ ਰਹੇ ਹੋ, ਉੱਥੇ ਤੁਸੀਂ ਕੋਈ ਵੀ ਕਰੈਕਟਰ ਬੱਚੇ ਨੂੰ ਕਹਿ ਸਕਦੇ ਹੋ ਕਿ ਉਹ ਇਮੈਜਿਨ ਕਰੇ ਤੇ ਆਪਣੀਆਂ ਚੈਲੰਜਸ ਜਾਂ ਆਪਣੀਆਂ ਪ੍ਰੋਬਲਮਸ ਕਿਸੇ ਦੂਸਰੇ ਕਰੈਕਟਰ ਨੂੰ ਥਰੂ ਅ ਪੋਸਟ ਕਾਰਡ ਲਿਖ ਕੇ ਪੋਸਟ ਕਰੇ, ਰਾਈਟ? ਲੈਟਰ ਫਾਰਮ 'ਚ ਵੀ ਯੂਜ਼ ਕਰ ਸਕਦੇ ਹਾਂ, ਜਿਵੇਂ ਚਿੱਠੀ ਦੇ ਰੂਪ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਹਾਂ. ਸੋ ਦਿਸ ਵਿਲ ਮੇਕ ਯੋਰ process learning process very interesting. For language people, normally what happens is ਕਿ ਜਦੋਂ ਅਸੀਂ ਲੈਂਗੁਏਜ ਪੜ੍ਹਾਉਂਦੇ ਹਾਂ, ਚਾਹੇ ਇੰਗਲਿਸ਼ ਪੜ੍ਹਾਈਏ ਜਾਂ ਪੰਜਾਬੀ ਪੜ੍ਹਾਈਏ, ਸਾਡਾ ਇੱਕ ਪਰਪਸ ਹੁੰਦਾ ਹੈ ਬੱਚਿਆਂ ਦੀ ਵੋਕੈਬਲਰੀ ਨੂੰ ਬਹੁਤ ਇੰਪਰੂਵ ਕਰਨਾ. ਐਂਡ ਅਕਸਰ ਪੜ੍ਹਾਉਂਦੇ ਪੜ੍ਹਾਉਂਦੇ ਟੀਚਰ ਕਈ ਵਾਰ ਉਸ ਚੀਜ਼ 'ਤੇ ਸਟ੍ਰੈਸ ਨਹੀਂ ਕਰ ਪਾਉਂਦੇ. ਸੋ ਯੂ ਕੈਨ ਕ੍ਰੀਏਟ ਅ ਵਰਲਡ ਕਰਾਊਡ, ਜੋ ਡਿਜੀਟਲੀ ਤੁਸੀਂ ਕਾਫੀ ਵਾਰ ਇੰਟਰਨੈਟ 'ਤੇ ਦੇਖਿਆ ਹੋਣਾ. ਤੁਸੀਂ ਆਪਣੀ ਕਲਾਸ ਸਟੂਡੈਂਟਸ ਨੂੰ ਕਹਿ ਸਕਦੇ ਹੋ ਵੀ ਜਿਹੜਾ ਵੀ ਚੈਪਟਰ ਤੁਸੀਂ ਟੀਚ ਕੀਤਾ ਹੈ, ਉਸ ਵਿੱਚੋਂ 3 ਮੋਸਟ essential ਆਈਡੀਆਜ਼ ਜਾਂ ਵਰਡਸ ਨੂੰ ਚੂਜ਼ ਕਰੋ ਐਂਡ ਇੱਕ ਵਰਡ cloud generator create karo. This can be done on a chart also, right? And this way what will happen is everyone will be excited to add words to it. And plus ਤੁਸੀਂ ਇਸ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਣ ਲਈ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ words ਦੇ meanings ਦੱਸੋ. This way your everyone will participate in your assessment process and at the same time students will enjoy the activity. So direct ਪੁੱਛਣ ਦੀ ਬਜਾਏ ਕਿਸ word ਦਾ ਕੀ meaning ਹੈ, we can use this technique. The last technique that I want to share with you is a dry erase board. We can tell every one of our child to bring a erase board, ਇਸ ਤਰ੍ਹਾਂ ਦਾ ਛੋਟਾ board ਜਿਸ ਦੇ ਉੱਤੇ ਬੱਚਾ ਆਪਣੀ ਅੰਡਰਸਟੈਂਡਿੰਗ ਅਬਾਊਟ ਦ ਟੌਪਿਕ ਲਿਖੇ. ਐਂਡ ਬਿਕੋਜ਼ ਇਹ ਆਪਾਂ ਦੇਖੋ ਕਰਨ ਨੂੰ ਇਹ ਚੀਜ਼ ਨੋਟਬੁੱਕ 'ਚ ਵੀ ਕਰ ਸਕਦੇ ਹਾਂ, ਬਟ ਦੈਨ ਨੋਟਬੁੱਕ ਬੜੀ ਮੋਨੋਟਨਸ ਹੁੰਦੀ ਹੈ ਆਪਣੀ ਕਲਾਸ ਦੇ ਵਿੱਚ ਐਂਡ ਸਟੂਡੈਂਟ ਬਹੁਤ ਕੁਝ ਨੋਟਬੁੱਕਸ 'ਤੇ ਲਿਖਦੇ ਨੇ, ਉਸਦੇ ਨਾਲ ਇੰਟਰਸਟ ਨਹੀਂ ਹੋਏਗਾ. ਬਟ ਦੈਨ ਇਫ ਯੂ ਟੈਲ ਦ ਸਟੂਡੈਂਟਸ ਟੂ ਬ੍ਰਿੰਗ ਅ ਬੋਰਡ, ਅ ਸਮਾਲ ਬੋਰਡ ਟੂ ਅ ਕਲਾਸ ਐਂਡ ਜਿਸ ਦੇ ਉੱਤੇ ਬੱਚੇ ਨੇ ਲਿਖਣੀ ਐਂਡ ਬਿਕੋਜ਼ ਉਹ ਇਰੇਸ ਵੀ ਹੋ ਜਾਏਗਾ, ਤਾਂ ਸਟੂਡੈਂਟ ਇਹ ਵੀ ਨਹੀਂ ਘਬਰਾਏਗਾ ਵੀ ਸਦਾ ਲਿਖੀ ਰਹਿ ਜਾਏਗੀ ਉਸਦੀ ਡਾਊਟ, ਰਾਈਟ? ਐਂਡ ਪਲੱਸ ਦਿਸ ਵਿਲ ਮੇਕ ਯੂਰ ਕਲਾਸ ਬਿਟ ਡਿਫਰੈਂਟ ਆਲਸੋ and bit interesting also, right? So I expect ਕਿ ਤੁਸੀਂ ਆਪਣੀ ਕਲਾਸ ਵਿੱਚ either one of these techniques use ਕਰੋਗੇ and let's see how your assessment process went when you use this technique. Do share your experiences. Thank you.